ਹੈਲੋ एवरीवन ਕੀ ਹਾਲ ਚਾਲ ਨੇ ਬੱਚਿਓ ਤੁਹਾਡੇ। ਅੱਜ ਦੀ ਜਿਹੜੀ ਅਸਾਈਨਮੈਂਟ ਨੰਬਰ 10 ਹੈ ਸੋ ਉਹ ਅਸੀਂ 9ਵੀਂ ਕਲਾਸ ਦਾ ਜਿਹੜਾ ਚੈਪਟਰ ਨੰਬਰ 8 ਹੈ ਗਤੀ ਮੋਸ਼ਨ ਸੋ ਉਹਦੇ ਨਾਲ ਰਿਲੇਟਡ ਹੈ। ਸੋ ਅੱਜ ਦੀ ਇਸ ਅਸਾਈਨਮੈਂਟ ਨੰਬਰ 10 ਦੇ ਵਿੱਚ ਅਸੀਂ ਡਿਸਟੈਂਸ ਟਾਈਮ ਗ੍ਰਾਫ ਦੂਰੀ ਸਮਾਂ ਗ੍ਰਾਫ ਦੇ ਬਾਰੇ ਗੱਲਬਾਤ ਕਰਾਂਗੇ। ਸੋ ਦੂਰੀ ਸਮਾਂ ਗ੍ਰਾਫ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਹੈ ਡਿਸਟੈਂਸ ਟਾਈਮ ਗ੍ਰਾਫ ਨੂੰ ਜਿਹੜਾ ਹੈ ਪਲਾਟ ਕਰ ਸਕਦੇ ਹਾਂ ਅਤੇ ਉਸ ਤੋਂ ਆਪਾਂ ਜਿਹੜੀ ਵੈਲੋਸਿਟੀ ਹੈ ਉਹਨੂੰ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਬੇਟਾ ਦੂਰੀ ਸਮਾਂ ਗ੍ਰਾਫ ਨੂੰ ਜਦੋਂ ਆਪਾਂ ਪਲਾਟ ਕਰਨਾ ਹੈ ਉਹਦੇ ਵਿੱਚ ਤੁਸੀਂ ਦੇਖਣਾ ਹੈ ਕਿ ਜਿਹੜਾ ਡਿਸਟੈਂਸ ਹੈ ਉਹਨੂੰ ਆਪਾਂ ਵਾਈ ਐਕਸਿਸ ਦੇ ਅਰਾਊਂਡ ਪਲਾਟ ਕਰਨਾ ਹੈ ਐਂਡ ਜਿਹੜਾ ਸਾਡੇ ਕੋਲ ਟਾਈਮ ਹੈ ਉਹਨੂੰ ਆਪਾਂ ਐਕਸ ਐਕਸਿਸ ਦੇ ਅਲੋਂਗ ਪਲਾਟ ਕਰਨਾ ਹੈ। ਔਰ ਇਹਦੇ ਤੋਂ ਇਸ ਗ੍ਰਾਫ ਤੋਂ ਦੇਖ ਕੇ ਆਪਾਂ ਇਹ ਦੱਸ ਸਕਦੇ ਹਾਂ ਕਿ ਕੋਈ ਵੀ ਜਿਹੜੀ ਬੋਡੀ ਹੈ ਉਹ ਇੱਕ ਯੂਨੀਫਾਰਮ ਸਪੀਡ ਦੇ ਨਾਲ ਮੂਵ ਕਰ ਰਹੀ ਹੈ ਕਿ ਨਾਨ ਯੂਨੀਫਾਰਮ ਸਪੀਡ ਦੇ ਨਾਲ ਮੂਵ ਕਰ ਰਹੀ ਹੈ, ਜਿਹਨੂੰ ਆਪਾਂ ਇੱਕ ਸਮਾਨ ਗਤੀ ਅਤੇ ਅਸਮਾਨ ਗਤੀ ਕਹਿ ਦਿੰਦੇ ਹਾਂ। ਐਂਡ ਉਹਦੇ ਤੋਂ ਆਪਾਂ ਵੈਲੋਸਿਟੀ ਵੀ ਫਾਈਂਡ ਆਊਟ ਕਰ ਸਕਦੇ ਹਾਂ। ਸੋ ਇੱਕ ਸਮਾਨ ਗਤੀ ਦੀ ਜਿਹੜੀ ਡੈਫੀਨੇਸ਼ਨ ਹੈ ਤੁਸੀਂ ਪਹਿਲੇ ਵੀ ਪੜ੍ਹ ਲਈ ਸੀ ਕਿ ਇੱਕ ਸਮਾਨ ਗਤੀ ਲਈ ਦੂਰੀ ਸਮਾਂ ਗ੍ਰਾਫ ਹਮੇਸ਼ਾ ਜਿਹੜਾ ਹੈ ਇੱਕ ਸਟਰੇਟ ਲਾਈਨ ਦੇ ਵਿੱਚ ਹੁੰਦਾ ਹੈ। ਸਟਰੇਟ ਲਾਈਨ ਦਾ ਮਤਲਬ ਕੀ ਹੈ ਕਿ ਇਫ ਦੀ ਗ੍ਰਾਫ ਇਜ਼ ਸਮਥਿੰਗ ਲਾਈਕ ਦਿਸ ਕਿ 0 ਤੋਂ ਸ਼ੁਰੂ ਹੋ ਕੇ ਸੋ ਜੇ ਗ੍ਰਾਫ ਜਿਹੜਾ ਹੈ ਉਹ ਇੱਕ ਤਰ੍ਹਾਂ ਦੇ ਨਾਲ ਸਟਰੇਟ ਲਾਈਨ ਹੈ ਅਤੇ ਆਪਾਂ ਕੀ ਕਵਾਂਗੇ ਕਿ ਜਿਹੜੀ ਬੋਡੀ ਹੈ ਜਿਹੜੀ ਕੋਈ ਵੀ ਓਬਜੈਕਟ ਹੈ ਉਹ ਇੱਕ ਯੂਨੀਫਾਰਮ ਸਪੀਡ ਦੇ ਨਾਲ ਜਿਹੜਾ ਹੈ ਉਹ ਮੂਵ ਕਰ ਰਿਹਾ ਹੈ। ਸੋ ਨੀਚੇ ਦਿੱਤੇ ਹੋਈ ਜਿਹੜੀ ਉਦਾਹਰਨ ਹੈ ਉਹਨੂੰ ਆਪਾਂ ਡਿਸਕਸ ਕਰਦੇ ਹਾਂ। ਸੋ ਉਹਦੇ 'ਚੋਂ ਕੀ ਕਹਿ ਰਿਹਾ ਹੈ, ਮੰਨ ਲਓ ਇੱਕ ਵਸਤੂ ਦਿੱਤੀ ਸਾਰਣੀ ਅਨੁਸਾਰ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ। ਸਾਨੂੰ ਉਹਦਾ ਜਿਹੜਾ ਹੈ ਕਿੰਨੇ ਟਾਈਮ ਦੇ ਵਿੱਚ ਕਿੰਨੀ ਦੂਰੀ ਤੈਅ ਕਰਦੀ ਹੈ। ਸੋ ਜਦੋਂ 0 ਸੈਕਿੰਡ ਸੀ ਉਦੋਂ ਇਨੀਸ਼ੀਅਲ ਪੋਜੀਸ਼ਨ 0 ਦੇ ਉੱਤੇ ਸੀ। 5 ਸੈਕਿੰਡ ਬਾਅਦ ਉਹਨੇ ਜਿਹੜੀ ਦੂਰੀ ਹੈ ਉਹ 10 ਮੀਟਰ ਦੀ ਤੈਅ ਕੀਤੀ। 10 ਸੈਕਿੰਡ ਬਾਅਦ ਜਿਹੜੀ ਉਹਦੀ ਦੂਰੀ ਸੀ ਉਹ 20 ਮੀਟਰ 'ਤੇ ਪਹੁੰਚ ਗਈ ਅਤੇ 15 ਸੈਕਿੰਡ ਬਾਅਦ ਜਿਹੜਾ ਸੀ ਉਹ 30 ਮੀਟਰ 'ਤੇ ਪਹੁੰਚ ਗਈ। ਹੁਣ ਜੇ ਤੁਸੀਂ ਗ੍ਰਾਫ ਨੂੰ ਧਿਆਨ ਦੇ ਨਾਲ ਦੇਖੋ ਕਿ ਜਦੋਂ ਬੋਡੀ ਦੀ ਜਿਹੜੀ ਦੂਰੀ ਸੀ 5 ਸੈਕਿੰਡ ਬਾਅਦ ਉਹ ਜਿਹੜਾ ਡਿਸਟੈਂਸ ਸੀ ਉਹ 10 ਮੀਟਰ 'ਤੇ ਆ ਗਿਆ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਹੈ ਕਿ ਜਿਹੜਾ ਡਿਸਟੈਂਸ ਹੈ ਉਹਨੂੰ ਆਪਾਂ ਵਾਈ ਐਕਸਿਸ ਦੇ ਅਲੋਂਗ ਪਲਾਟ ਕਰਨਾ ਹੈ ਅਤੇ ਜਿਹੜਾ ਸਾਡੇ ਕੋਲ ਸਮਾਂ ਹੈ ਉਹਨੂੰ ਆਪਾਂ ਐਕਸ ਐਕਸਿਸ ਦੇ ਅਲੋਂਗ। ਸੋ 20 ਮੀਟਰ ਦੀ ਦੂਰੀ ਜਿਹੜੀ ਉਹ 10 ਸੈਕਿੰਡ ਦੇ ਵਿੱਚ ਉਹਨੇ ਕਵਰ ਕਰ ਲਈ ਅਤੇ 30 ਮੀਟਰ ਦੀ ਦੂਰੀ ਜਿਹੜੀ ਹੈ ਉਹਨੂੰ 15 ਸੈਕਿੰਡ ਦੇ ਵਿੱਚ ਉਹਨੇ ਕਵਰ ਕਰ ਲਿਆ। ਹੁਣ ਬੇਟਾ ਜਿਹੜੇ ਪੁਆਇੰਟ ਹਨ ਉਹਦੇ ਉੱਤੋਂ ਆਪਾਂ ਪਰਪੈਂਡੀਕੂਲਰ ਡਰਾ ਕਰਨਾ ਹੈ। ਸੋ ਜਦੋਂ 10 ਤੋਂ ਮੈਂ ਪਰਪੈਂਡੀਕੂਲਰ ਡਰਾ ਕਰਦਾ ਹਾਂ ਅਤੇ 5 ਤੋਂ ਪਰਪੈਂਡੀਕੂਲਰ ਡਰਾ ਕਰਦਾ ਹਾਂ ਅਤੇ ਉਹ ਇੱਕ ਪਰਟੀਕੂਲਰ ਪੁਆਇੰਟ ਦੇ ਉੱਤੇ ਮਿਲ ਜਾਂਦੇ ਹਨ। ਸੋ ਉਹਨੂੰ ਆਪਾਂ ਜੇ ਪੁਆਇੰਟ 1 ਕਹਿ ਦਿੰਦੇ ਹਾਂ। ਸੋ ਇਸੇ ਤਰ੍ਹਾਂ ਹੀ 10 ਤੋਂ ਅਤੇ 20 ਤੋਂ ਆਪਾਂ ਪਰਪੈਂਡੀਕੂਲਰ ਡਰਾ ਕਰਨਾ ਹੈ ਉਹ ਫਿਰ ਇੱਕ ਪੁਆਇੰਟ ਦੇ ਉੱਤੇ ਮਿਲ ਜਾਂਦੇ ਹਨ। ਸੋ ਇਸੇ ਤਰ੍ਹਾਂ ਹੀ 30 ਤੋਂ ਅਤੇ 15 ਤੋਂ ਜਦੋਂ ਆਪਾਂ ਪਰਪੈਂਡੀਕੂਲਰ ਡਰਾ ਕਰਦੇ ਹਾਂ, ਪਰਪੈਂਡੀਕੂਲਰ ਮਤਲਬ 90 ਡਿਗਰੀ ਦਾ ਜਦੋਂ ਆਪਾਂ ਐਂਗਲ ਡਰਾ ਕਰਦੇ ਹਾਂ ਅਤੇ ਉਹ 3 ਪੁਆਇੰਟ ਸਾਡੇ ਕੋਲ ਬੇਟਾ ਆ ਜਾਂਦੇ ਹਨ। ਉਹ ਤਿੰਨਾਂ ਪੁਆਇੰਟ ਨੂੰ ਆਪਾਂ ਜਦੋਂ ਸੈਂਟਰ ਤੋਂ ਮਿਲਾਵਾਂਗੇ ਅਤੇ ਉਹ ਇੱਕ ਤਰ੍ਹਾਂ ਦੇ ਨਾਲ ਸਾਡੇ ਕੋਲ ਸਟਰੇਟ ਲਾਈਨ ਜਿਹੜੀ ਹੈ ਉਹ ਆ ਜਾਏਗੀ। ਸੋ ਇਹ ਸਟਰੇਟ ਲਾਈਨ ਕੀ ਰਿਪਰੈਜ਼ੈਂਟ ਕਰਦੀ ਹੈ ਕਿ ਇਹ ਸਟਰੇਟ ਲਾਈਨ ਜਿਹੜੀ ਹੈ ਇਹ ਰਿਪਰੈਜ਼ੈਂਟ ਕਰਦੀ ਹੈ ਕਿ ਬੋਡੀ ਜਿਹੜੀ ਹੈ ਉਹ ਯੂਨੀਫਾਰਮ ਸਪੀਡ ਦੇ ਨਾਲ ਅੱਗੇ ਵੱਧ ਰਹੀ ਹੈ। ਹੁਣ ਬੇਟਾ ਇਹਦੀ ਸਪੀਡ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ। ਸੋ ਇਸ ਕੇਸ ਦੇ ਵਿੱਚ ਤੁਸੀਂ ਕੋਈ ਵੀ 2 ਪੁਆਇੰਟ ਲੈਣੇ ਹਨ। ਸੋ ਜਿਸ ਤਰ੍ਹਾਂ ਕਿ ਆ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ B ਅਤੇ ਜਿਹੜੇ C ਹਨ। ਸੋ ਉਹ 2 ਪੁਆਇੰਟ ਆਪਾਂ ਜਦੋਂ ਲੈਂਦੇ ਹਾਂ ਅਤੇ ਆਪਾਂ ਦੇਖਦੇ ਹਾਂ ਕਿ ਉਹ ਕਿੱਥੇ ਕੱਟ ਕਰ ਰਹੇ ਹਨ। ਸੋ ਉਹ ਇੱਕ ਟ੍ਰਾਇੰਗਲ ਬਣਾ ਰਹੇ ਹਨ। ਸੋ ਟ੍ਰਾਇੰਗਲ ABC ਤੁਸੀਂ ਦੇਖ ਸਕਦੇ ਹੋ। ਹੁਣ ਉਹ ਟ੍ਰਾਇੰਗਲ ABC ਦੀ ਜਿਹੜੀ ਸਲੋਪ ਹੈ ਉਹ ਸਲੋਪ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ। ਸਲੋਪ ਦਾ ਬੇਟਾ ਜਿਹੜਾ ਫਾਰਮੂਲਾ ਹੁੰਦਾ ਹੈ ਜਿਹਨੂੰ ਆਪਾਂ ਟੈਨ ਥੀਟਾ ਦੇ ਨਾਲ ਵੀ ਕਹਿ ਦਿੰਦੇ ਹਾਂ। ਸੋ ਦੈਟ ਇਜ਼ ਇਕੁਅਲ ਟੂ ਪਰਪੈਂਡੀਕੂਲਰ ਓਵਰ ਬੇਸ। ਸੋ ਟੈਨ ਥੀਟਾ, ਸੋ ਜੇ ਸਾਡੇ ਕੋਲ ਇਹ ਵਾਲਾ ਐਂਗਲ ਥੀਟਾ ਬਣ ਰਿਹਾ ਹੈ ਸੋ ਦਿਸ ਇਜ਼ ਐਂਗਲ ਥੀਟਾ ਅਤੇ ਟੈਨ ਥੀਟਾ ਕਿਹਦੇ ਬਰਾਬਰ ਹੁੰਦਾ ਹੈ ਪਰਪੈਂਡੀਕੂਲਰ ਓਵਰ ਬੇਸ। ਸੋ ਤੁਸੀਂ ਪੜ੍ਹਿਆ ਹੋਏਗਾ ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ। ਸੋ ਪਰਪੈਂਡੀਕੂਲਰ ਓਵਰ ਬੇਸ ਇਜ਼ ਟੈਨ ਥੀਟਾ। ਸੋ ਟੈਨ ਥੀਟਾ ਜਿਹੜਾ ਹੈ ਸੋ ਉਹ ਕਿਹਦੇ ਬਰਾਬਰ ਆ ਜਾਏਗਾ ਦੈਟ ਇਜ਼ ਇਕੁਅਲ ਟੂ
AC ਜਿਹੜਾ ਹੈ ਇਸ ਟ੍ਰਾਇੰਗਲ ਦੇ ਵਿੱਚ ਪਰਪੈਂਡੀਕੂਲਰ ਹੈ ਤੇ BC ਜਿਹੜਾ ਹੈ ਉਹ ਬੇਸ ਹੈ। ਹੁਣ AC ਨੂੰ ਆਪਾਂ ਕਿਸ ਤਰ੍ਹਾਂ ਕੈਲਕੂਲੇਟ ਕੀਤਾ ਹੈ? ਸੋ AC ਨੂੰ ਜਿਹੜਾ ਆਪਾਂ ਕੈਲਕੂਲੇਟ ਕੀਤਾ ਹੈ, ਸੋ ਉਹ ਵਿਦ ਪੁਆਇੰਟ AD ਮਾਈਨਸ CD ਕਰਕੇ ਕੀਤਾ ਹੈ। ਸੋ ਠੀਕ ਹੈ ਨਾ। ਹੁਣ ਅਸੀਂ ਗ੍ਰਾਫ ਤੋਂ ਦੇਖ ਸਕਦੇ ਹਾਂ ਕਿ AD ਜਿਹੜਾ ਹੈ ਉਹਦੀ ਵੈਲਿਊ ਕਿੰਨੀ ਹੈ ਅਤੇ CD ਦੀ ਵੈਲਿਊ ਕਿੰਨੀ ਹੈ, ਕਿਉਂਕਿ ਜੇ ਆਪਾਂ ਗ੍ਰਾਫ ਤੁਸੀਂ ਪੇਪਰ ਯੂਜ਼ ਕੀਤੇ ਹੋਣਗੇ ਉਹਦੇ ਵਿੱਚ ਆਪਾਂ ਉਹਦੀ ਵੈਲਿਊ ਨੂੰ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ। ਐਂਡ ਉਹਦੇ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਜਿਹੜੀ ਬੋਡੀ ਦੀ ਵੈਲੋਸਿਟੀ ਹੈ ਉਹ ਕਿੰਨੀ ਆ ਰਹੀ ਹੈ। ਸੋ ਦੈਟ ਇਜ਼ ਰੇਟ ਆਫ ਚੇਂਜ ਆਫ ਡਿਸਟੈਂਸ, ਕਿ ਡਿਸਟੈਂਸ ਵਿਦ ਰਿਸਪੈਕਟ ਟੂ ਟਾਈਮ ਕਿੰਨਾ ਚੇਂਜ ਹੋਇਆ ਹੈ, ਕਿ ਜਦੋਂ ਟਾਈਮ T2 ਸੀ ਉਦੋਂ ਉਹਦਾ ਡਿਸਟੈਂਸ S2 ਸੀ, ਜਦੋਂ ਉਹ T1 ਸੀ ਤੇ ਉਹਦਾ ਡਿਸਟੈਂਸ S1 ਸੀ। ਸੋ ਉਹਨੇ ਇਸ ਟਾਈਮ ਦੇ ਵਿਚਕਾਰ ਕਿੰਨੀ ਜਿਹੜੀ ਦੂਰੀ ਹੈ ਉਹ ਤੈਅ ਕੀਤੀ ਹੈ। ਸੋ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਵੈਲੋਸਿਟੀ, ਰੇਟ ਆਫ ਚੇਂਜ ਆਫ ਡਿਸਟੈਂਸ। ਸੋ ਇਸੇ ਤਰ੍ਹਾਂ ਹੀ ਬੇਟਾ ਤੁਸੀਂ ਜਿਹੜਾ ਗ੍ਰਾਫ ਹੈ ਉਹਦੇ ਤੋਂ ਨੋਨ ਯੂਨੀਫਾਰਮ ਮੋਸ਼ਨ ਵੀ ਜਿਹੜਾ ਹੈ ਉਹ ਡਿਸਕਸ ਕਰ ਸਕਦੇ ਹੋ। ਸੋ ਇਹ ਜਿਹੜੀ ਸੈਕਿੰਡ ਐਗਜ਼ਾਮਪਲ ਆਪਾਂ ਕਰਨ ਜਾ ਰਹੇ ਹਾਂ, ਸੋ ਦੈਟ ਇਜ਼ ਰਿਲੇਟਡ ਵਿਦ ਨੋਨ ਯੂਨੀਫਾਰਮ ਮੋਸ਼ਨ। ਸੋ ਨੋਨ ਯੂਨੀਫਾਰਮ ਮੋਸ਼ਨ ਕਹਿੰਦੇ ਕਿਹਨੂੰ ਹਨ? ਕਿ ਜਦੋਂ ਜਿਹੜੀ ਸਾਡੇ ਕੋਲ ਸਟਰੇਟ ਲਾਈਨ ਨਹੀਂ ਬਣਦੀ। ਸੋ ਉਸ ਕੇਸ ਦੇ ਵਿੱਚ ਜਿਹੜੀ ਵਸਤੂ ਹੈ ਉਹ ਬਰਾਬਰ ਸਮੇਂ ਅੰਤਰਾਲਾਂ ਵਿੱਚ ਜਿਹੜੀ ਹੈ ਉਹ ਬਰਾਬਰ ਦੂਰੀ ਨਹੀਂ ਤੈਅ ਕਰਦੀ, ਯਾਨੀ ਕਿ ਉਹ ਅਸਮਾਨ ਦੂਰੀ ਤੈਅ ਕਰਦੀ ਹੈ। ਹੁਣ ਬੇਟਾ ਜੀ ਸੈਕਿੰਡ ਐਗਜ਼ਾਮਪਲ ਦੇ ਵਿੱਚ ਸਾਨੂੰ ਉਹਨਾਂ ਨੇ ਦਿੱਤਾ ਹੋਇਆ ਹੈ ਕਿ ਬੋਡੀ ਜਿਹੜੀ ਹੈ ਉਹ ਸਾਨੂੰ ਇੱਕ ਟੇਬਲ ਦਿੱਤਾ ਹੋਇਆ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ 0 ਸੈਕਿੰਡ ਦੇ ਉੱਤੇ ਬੋਡੀ ਜਿਹੜੀ ਹੈ ਉਹ ਇਨੀਸ਼ੀਅਲ ਪੋਜੀਸ਼ਨ 'ਤੇ ਸੀ, 5 ਸੈਕਿੰਡ ਬਾਅਦ ਉਹਨੇ 5 ਮੀਟਰ ਦੀ ਦੂਰੀ ਤੈਅ ਕਰ ਲਈ, 10 ਸੈਕਿੰਡ ਬਾਅਦ ਉਹਨੇ 15 ਮੀਟਰ ਦੀ ਦੂਰੀ ਤੈਅ ਕਰ ਲਈ ਅਤੇ 15 ਸੈਕਿੰਡ ਬਾਅਦ ਉਹਨੇ 35 ਮੀਟਰ ਦੀ ਦੂਰੀ ਤੈਅ ਕਰ ਲਈ। ਸੋ ਇਹਦਾ ਜਦੋਂ ਤੁਸੀਂ ਗ੍ਰਾਫ ਬਣਾਓਗੇ ਤੇ ਤੁਸੀਂ ਦੇਖੋਗੇ ਕਿ ਸਾਡੇ ਕੋਲ ਜਿਹੜਾ ਗ੍ਰਾਫ ਹੈ ਉਹ ਇੱਕ ਸਟਰੇਟ ਲਾਈਨ ਨਹੀਂ ਆ ਰਿਹਾ ਹੈ, ਜਦ ਕਿ ਉਹ ਇੱਕ ਇਸ ਤਰ੍ਹਾਂ ਦੀ ਫਾਰਮ ਦੇ ਵਿੱਚ ਆ ਰਿਹਾ ਹੈ। ਸੋ ਇਹ ਸਾਨੂੰ ਕੀ ਦਰਸਾਉਂਦਾ ਹੈ ਕਿ ਬੋਡੀ ਜਿਹੜੀ ਹੈ ਉਹਦੀ ਵੈਲੋਸਿਟੀ ਹੌਲੀ ਹੌਲੀ ਵੱਧ ਰਹੀ ਹੈ, ਵੱਧ ਤਾਂ ਰਹੀ ਹੈ ਬਟ ਯੂਨੀਫਾਰਮਲੀ ਨਹੀਂ ਵੱਧ ਰਹੀ। ਸੋ ਇਸੇ ਤਰ੍ਹਾਂ ਹੀ ਤੁਸੀਂ ਬੇਟਾ ਇਸ ਗ੍ਰਾਫ ਤੋਂ ਤੁਸੀਂ ਜਿਹੜੀ ਹੈ ਉਹਦੀ ਸਪੀਡ ਵੀ ਕੈਲਕੂਲੇਟ ਕਰ ਸਕਦੇ ਹੋ, ਪਰਟੀਕੂਲਰ ਪੁਆਇੰਟ ਦੇ ਉੱਤੇ ਉਹਦੀ ਇੰਸਟੈਂਟੇਨੀਅਸ ਸਪੀਡ ਕਿੰਨੀ ਹੈ। So English medium students, so they can also discuss in distance time graph. So what we have studied is how we can find out the velocity of a particular body. So in distance time graph, distance we generally always plot along y-axis and time we always plot along x-axis. So ਇਹਦੇ ਵਿੱਚ ਜੇ ਤੇ ਜਿਹੜਾ ਇਹ distance time graph ਹੈ, if it is a straight line, then we can say that the body is moving with uniform speed. ਸੋ ਯੂਨੀਫਾਰਮ ਸਪੀਡ ਦਾ ਕੀ ਮਤਲਬ ਹੈ ਕਿ ਬੋਡੀ ਕਵਰਸ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲਸ ਆਫ ਟਾਈਮ, ਕਿ ਦੋ ਟਾਈਮ ਦੇ ਵਿਚਕਾਰ, ਫਾਰ ਐਗਜ਼ਾਮਪਲ ਦੋ ਪਰਟੀਕੂਲਰ ਟਾਈਮ ਦੇ ਵਿਚਕਾਰ ਜਿਹੜੀ ਬੋਡੀ ਹੈ ਉਹ ਬਰਾਬਰ ਦੂਰੀ ਤੈਅ ਕਰ ਰਹੀ ਹੈ। ਹੁਣ ਤੁਸੀਂ ਇਹਨੂੰ ਜਦੋਂ ਪਲੋਟ ਕਰਦੇ ਹੋ ਤਾਂ ਉਹਦੇ ਤੋਂ ਆਪਾਂ ਜਿਹੜੀ ਸਲੋਪ ਆਫ ਡਿਸਟੈਂਸ ਟਾਈਮ ਗ੍ਰਾਫ ਹੈ ਉਹ ਬੇਟਾ ਜੀ ਸਾਨੂੰ ਕੀ ਦੱਸਦੀ ਹੈ? ਸਲੋਪ ਆਫ ਡਿਸਟੈਂਸ ਟਾਈਮ ਗ੍ਰਾਫ ਉਹ ਸਾਨੂੰ ਉਹਦੀ ਵੈਲੋਸਿਟੀ ਦੇ ਬਾਰੇ ਦੱਸਦੀ ਹੈ। ਸੋ ਉਹਨੂੰ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ? ਕੋਈ ਵੀ ਦੋ ਪਰਟੀਕੂਲਰ ਪੁਆਇੰਟ ਲੈ ਕੇ ਅਸੀਂ ਪਰਪੈਂਡੀਕੂਲਰ ਡਰਾ ਕਰਨੇ ਹਨ ਐਂਡ ਉਹਦੇ ਤੋਂ ਆਪਾਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਇੱਕ ਟ੍ਰਾਇੰਗਲ ਬਣ ਜਾਏਗੀ, ਟ੍ਰਾਇੰਗਲ ABC ਜਿਹਨੂੰ ਆਪਾਂ ਕਹਿ ਸਕਦੇ ਹਾਂ। ਹੁਣ ABC ਟ੍ਰਾਇੰਗਲ ਦੇ ਵਿੱਚ ਜਿਹੜੀ ਸਲੋਪ ਹੈ, ਸੋ ਸਲੋਪ ਜਿਹਨੂੰ ਆਪਾਂ ਟੈਨ ਥੀਟਾ ਦੇ ਨਾਲ ਵੀ ਰਿਪਰਜੈਂਟ ਕਰਦੇ ਹਾਂ। ਇੱਥੇ ਬੇਟਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਉਸ ਦੇ ਵਿੱਚ ਜਿਹੜਾ ਹੈ ਉਸ ਸਲੋਪ ਦਾ ਐਂਗਲ ਵੀ ਫਾਈਂਡ ਆਊਟ ਕਰ ਸਕਦੇ ਹੋ ਕਿ ਗ੍ਰਾਫ ਦੇ ਵਿੱਚ ਜਿਹੜੀ ਸਲੋਪ ਬਣ ਰਹੀ ਹੈ ਉਹਦਾ ਐਂਗਲ ਕਿੰਨਾ ਹੈ। ਜਨਰਲੀ ਜਿਹੜਾ ਹੈ ਇੱਕ ਸਟਰੇਟ ਲਾਈਨ ਮੋਸ਼ਨ ਦੇ ਵਿੱਚ ਜਿਹੜਾ ਥੀਟਾ ਦੀ ਵੈਲਿਊ ਆਉਂਦੀ ਹੈ ਦੈਟ ਇਜ਼ ਇਕੁਅਲ ਟੂ 45 ਡਿਗਰੀ। ਸੋ ਇਹ ਜਿਹੜੇ ਤੁਹਾਡੇ NTSC ਸਟੂਡੈਂਟਸ ਹਨ ਉਹਨਾਂ ਦੇ ਵਿੱਚ ਜਿਹੜੀ ਤਿਆਰੀ ਕਰ ਰਹੇ ਹਨ ਉਹਦੇ ਵਿੱਚ ਇੱਕ ਕੁਐਸਚਨ ਵੀ ਆਇਆ ਹੋਇਆ ਹੈ ਕਿ ਸਟਰੇਟ ਲਾਈਨ ਮੋਸ਼ਨ ਦੇ ਵਿੱਚ ਜਿਹੜਾ ਬੋਡੀ ਹੈ ਉਹਦੀ ਜਿਹੜੀ ਸਲੋਪ ਦਾ ਐਂਗਲ ਹੈ ਉਹ ਕਿੰਨਾ ਹੁੰਦਾ ਹੈ। ਸੋ ਉਹ ਤੁਸੀਂ ਜਿਹੜੀ ਵੈਲੋਸਿਟੀ ਹੈ ਉਹ ਫਾਈਂਡ ਆਊਟ ਕਰ ਸਕਦੇ ਹੋ, ਦੈਟ ਇਜ਼ ਪਰਪੈਂਡੀਕੂਲਰ ਓਵਰ ਬੇਸ ਐਂਡ ਪਰਪੈਂਡੀਕੂਲਰ ਜਿਹੜਾ ਹੈ ਉਹ ਦੋ ਸਮੇਂ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਦੈਟ ਇਜ਼ ਇਕੁਅਲ ਟੂ S2 ਮਾਈਨਸ S1 ਐਂਡ ਟਾਈਮ ਜਿਹੜਾ ਹੈ ਫਾਈਨਲ ਟਾਈਮ ਮਾਈਨਸ ਇਨੀਸ਼ੀਅਲ ਟਾਈਮ।
ਸੋ ਉਹਦੇ ਤੋਂ ਜਿਹੜਾ ਹੈ ਤੁਸੀਂ ਉਸ ਬੋਡੀ ਦੀ ਵੈਲੋਸਿਟੀ ਵੀ ਫਾਈਂਡ ਆਊਟ ਕਰ ਸਕਦੇ ਹੋ। ਸੋ ਸਿਮਿਲਰ ਫਾਰ ਨੋਨ ਯੂਨੀਫਾਰਮ ਸਪੀਡ ਦੀ ਜਿਹੜੀ ਤੁਸੀਂ ਗ੍ਰਾਫ ਤੋਂ ਦੇਖ ਕੇ ਦੱਸ ਸਕਦੇ ਹੋ। ਜੇ ਤੁਹਾਨੂੰ ਪਾਰਟੀਕੂਲਰ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਹੈ ਕਿ ਬੋਡੀ ਜਿਹੜੀ ਹੈ ਉਹ ਯੂਨੀਫਾਰਮ ਸਪੀਡ ਨਾਲ ਮੂਵ ਕਰ ਰਹੀ ਹੈ, ਨੋਨ ਯੂਨੀਫਾਰਮ ਨਾਲ ਮੂਵ ਕਰ ਰਹੀ ਹੈ, ਤੁਸੀਂ ਡਿਸਟੈਂਸ ਟਾਈਮ ਗ੍ਰਾਫ ਨੂੰ ਦੇਖ ਕੇ ਦੱਸ ਸਕਦੇ ਹੋ। ਸੋ ਫਾਰ ਐਗਜ਼ਾਮਪਲ ਨੋਨ ਯੂਨੀਫਾਰਮ ਸਪੀਡ ਦੇ ਵਿੱਚ ਕੀ ਹੈ ਕਿ ਜਿਹੜੀ ਬੋਡੀ ਹੈ ਉਹ ਇਕੁਅਲ ਡਿਸਟੈਂਸ ਨਹੀਂ ਕਵਰ ਕਰਦੀ ਉਹਨੇ ਪਾਰਟੀਕੂਲਰ ਸਮੇਂ ਦੇ ਵਿੱਚ। ਸੋ ਬੋਡੀ ਕਵਰਸ ਅਨਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲਸ ਆਫ ਟਾਈਮ। ਸੋ ਤੁਸੀਂ ਇੱਥੋਂ ਇਹ ਸਮਾਂ ਸਾਰਣੀ ਤੋਂ ਦੇਖ ਕੇ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਪਹਿਲੇ ਸੈਕਿੰਡ ਦੇ ਵਿੱਚ ਉਹਨੇ 5 ਮੀਟਰ ਦਾ ਡਿਸਟੈਂਸ ਕਵਰ ਕੀਤਾ, ਦੂਸਰੇ 5 ਸੈਕਿੰਡ ਦੇ ਵਿੱਚ ਉਹਨੇ 10 ਮੀਟਰ ਦਾ ਡਿਸਟੈਂਸ ਕਵਰ ਕੀਤਾ, 15 - 5 10 ਦੇ ਬਰਾਬਰ। ਸੋ ਤੀਸਰੇ 5 ਸੈਕਿੰਡ ਦੇ ਵਿੱਚ ਉਹਨੇ 35 - 15 20 ਮੀਟਰ ਦਾ ਡਿਸਟੈਂਸ ਕਵਰ ਕੀਤਾ। ਸੋ ਦਿਸ ਇਜ਼ ਏ ਐਕਸਲਰੇਟਡ ਮੋਸ਼ਨ ਕਿ ਬੋਡੀ ਜਿਹੜੀ ਹੈ ਉਹ ਐਕਸਲਰੇਟ ਤੇ ਕਰ ਰਹੀ ਹੈ, ਬਟ ਉਹ ਜਿਹੜਾ ਉਹਦੀ ਵੈਲੋਸਿਟੀ ਹੈ ਦੈਟ ਇਜ਼ ਨੋਨ ਯੂਨੀਫਾਰਮ। ਸੋ ਆਈ ਹੋਪ ਕਿ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਹੈ ਉਹ ਸਮਝ ਆ ਗਿਆ ਹੋਏਗਾ ਜਿਹੜਾ ਇਹ ਟੌਪਿਕ ਹੈ। ਸੋ ਇਹਦੇ ਨਾਲ ਹੀ ਰਿਲੇਟਡ ਆਪਾਂ ਅਗਲੀ ਅਸਾਈਨਮੈਂਟ ਨੰਬਰ 11 ਹੈ, ਕੁਝ MCQs ਕਰਾਂਗੇ। ਸੋ ਟਿਲ ਦੈਨ ਗੁੱਡ ਬਾਏ, ਸੀ ਯੂ।